ਮੇਰੀ ਕਹਾਣੀ ਦਾ ਨਾਂ ਹੈ ਉਮਰੋਂ ਲੰਮੀ ਰਾਤ। ਖਿੱਤੀਆਂ ਢਲ ਗਈਆਂ ਸਨ। ਚੰਨ ਕਿੱਥੋਂ ਚੜ੍ਹ ਕੇ ਕਿੱਥੇ ਚਲਾ ਗਿਆ ਸੀ। ਸ਼ਾਇਦ ਰਾਤ ਅੱਧਿਓਂ ਵੱਧ ਬੀਤ ਚੁੱਕੀ ਸੀ। ਚਾਨਣੀ ਰਾਤ ਵਿੱਚ ਚਮਕਦਾ ਕੋਈ ਤਾਰਾ ਅਤੇ ਤਾਰਿਆਂ 'ਤੇ ਘੁੰਮਦੀ ਬਿੱਕਰ ਦੀ ਨਜ਼ਰ। ਹਜ਼ਾਰਾਂ ਯਤਨ ਕਰਨ 'ਤੇ ਵੀ ਉਸ ਦੀ ਅੱਖ ਨਹੀਂ ਸੀ ਲੱਗੀ। ਲੋਹੜੇ ਦੀ ਗਰਮੀ ਵਿੱਚ ਪੁਰੇ ਦਾ ਕੋਈ ਸਾਹ ਆਉਂਦਾ, ਫਿਰ ਵੀ ਕਦੀ ਸੌਂਦੀ ਕਦੀ ਜਾਗਦੀ ਜੀਤੋ ਆਪਣੇ ਸਿਰ ਦੇ ਸਾਈਂ ਨੂੰ ਪੱਖਾ ਝੱਲਦੀ ਹੀ ਰਹੀ। ਬਿੱਕਰ ਨੇ ਪਾਸਾ ਪਰਤਿਆ। ਇੱਕ ਵਾਰ ਫੇਰ ਜੀਤੋ ਨੂੰ ਸੌਣ ਲਈ ਕਿਹਾ ਅਤੇ ਆਪ ਵੀ ਅੱਖ ਲਾਉਣ ਦਾ ਯਤਨ ਕਰਨ ਲੱਗਿਆ, ਪਰ ਨੀਂਦ ਤਾਂ ਜਿਵੇਂ ਉਸ ਤੋਂ ਕੋਹਾਂ ਦੂਰ ਹੋਵੇ। ਉਹ ਮਨ ਹੀ ਮਨ ਸੋਚਦਾ ਰਿਹਾ ਅਤੇ ਬੀਤੀਆਂ ਘਟਨਾਵਾਂ ਇੱਕ ਕਰਕੇ ਉਸ ਦੇ ਮਸਤਕ ਵਿੱਚ ਉਭਰਦੀਆਂ ਰਹੀਆਂ। ਅਜੇ ਉਹ ਛੋਟਾ ਹੀ ਸੀ ਕਿ ਉਸ ਦਾ ਬਾਪ ਮਰ ਗਿਆ। 11 ਸਾਲ ਦੀ ਉਮਰ ਸੀ ਸਾਰੀ। ਹੁਣ ਤਾਂ ਉਸ ਨੂੰ ਬਾਪੂ ਦਾ ਚਿਹਰਾ ਵੀ ਯਾਦ ਨਹੀਂ ਸੀ ਰਿਹਾ। ਕਦੇ ਉਸ ਦੀ ਮਾਂ ਦੱਸਦੀ ਕਿ ਤੇਰੇ ਬਾਪੂ ਨੂੰ ਕੋਈ ਅਬੱਲਾ ਰੋਗ ਸੀ, ਬਥੇਰਾ ਇਲਾਜ ਕਰਵਾਇਆ ਪਰ ਰਤਾ ਮੋੜ ਨਾ ਪਿਆ। ਘਰ ਖੋਖਲਾ ਹੋ ਗਿਆ, ਜ਼ਮੀਨ ਵੀ ਥੋੜੀ ਧਰੀ ਗਈ, ਪਰ ਪਤਾ ਨਹੀਂ ਉਸਨੇ ਕਿਸੇ ਦਾ ਕੀ ਮਾੜਾ ਕੀਤਾ ਸੀ। ਦਿਨਾਂ ਵਿੱਚ ਹੀ ਬੀਤ ਗਿਆ। ਇਸ ਤੋਂ ਵੱਧ ਮਾਂ ਨੇ ਕਦੇ ਕੁਝ ਨਹੀਂ ਸੀ ਦੱਸਿਆ, ਪਰ ਉਹ ਜਾਣਦਾ ਸੀ ਕਿ ਕਿਵੇਂ ਉਸ ਦੀ ਮਾਂ ਔਖੀ ਹੋ ਕੇ ਘਰ ਦਾ ਗੱਡਾ ਖਿੱਚਦੀ ਰਹੀ ਹੈ। ਉਸਨੇ ਤਾਂ ਕਦੇ ਕਿਸੇ ਨੂੰ ਬਾਜ਼ਾਰੋਂ ਸੌਦਾ ਲਿਆਉਣ ਲਈ ਵੀ ਨਹੀਂ ਸੀ ਕਿਹਾ ਅਤੇ ਨਾ ਹੀ ਕਿਸੇ ਨੂੰ ਕੱਖ ਪੱਠਾ ਲਿਆਉਣ ਲਈ ਕਿਹਾ ਸੀ। ਉਹ ਜਾਣਦਾ ਸੀ ਕਿ ਕੱਲੀਕਾਰੀ ਜਾਨ ਨੂੰ ਜਣਾ ਖਣਾ ਹੀ ਤੋਹਮਤਾਂ ਲਾ ਦਿੰਦਾ ਹੈ। ਉਹ ਤਾਂ ਇਸ ਗੱਲ ਤੋਂ ਵੀ ਡਰਦੀ ਰਹਿੰਦੀ ਸੀ ਕਿ 5 ਏਕੜ ਜ਼ਮੀਨ ਪਿੱਛੇ ਸ਼ਰੀਕ ਕਿਤੇ ਉਸਦੇ ਕੱਲੇ ਪੁੱਤ ਨੂੰ ਹੀ ਕੋਈ ਨੁਕਸਾਨ ਨਾ ਪਹੁੰਚਾ ਦੇਣ। ਸਮੇਂ ਦੇ ਨਾਲ ਬਿੱਕਰ ਵੱਡਾ ਹੋ ਗਿਆ। ਫਿਰ ਉਸਨੇ ਵੀ ਮਾਂ ਨਾਲ ਘਰ ਦਾ ਕੰਮ ਬਣਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਹ ਮਾਂ ਨੂੰ ਪੂਰੀ ਤਰ੍ਹਾਂ ਸੁਰਖਰੂ ਕਰਕੇ ਘਰ ਦਾ ਸਾਰਾ ਬੋਝ ਆਪਣੇ ਸਿਰ ਹੀ ਉਠਾ ਕੇ ਤੁਰਨ ਲੱਗ ਪਿਆ। ਉਹਨਾਂ ਦਿਨਾਂ ਵਿੱਚ ਹੀ ਬਿੱਕਰ ਦੀ ਸ਼ਾਦੀ ਸੁਰਜੀਤ ਕੌਰ ਨਾਲ ਹੋ ਗਈ। ਮਾਂ ਨੂੰ ਆਪਣੇ ਪੁੱਤ ਦੇ ਵਿਆਹ ਦਾ ਬੇਹੱਦ ਚਾਅ ਸੀ। ਵਿਆਹ ਦੇ ਦਿਨ ਧਰਨ ਤੋਂ ਲੈ ਕੇ ਨੂੰਹ ਦੇ ਘਰ ਆਉਣ ਤੱਕ ਉਸ ਦੇ ਪੱਬ ਧਰਤੀ ਤੇ ਨਹੀਂ ਸਨ ਲੱਗ ਰਹੇ। ਫਿਰ ਨੂੰਹ ਦੇ ਘਰ ਆਉਂਦਿਆਂ ਹੀ ਉਸ ਨੇ ਰੋਟੀ ਟੁੱਕ ਦਾ ਸਾਰਾ ਕੰਮ ਤੇ ਲੈਣ ਦੇਣ ਉਸ ਦੇ ਹਵਾਲੇ ਕਰ ਦਿੱਤਾ। ਜੀਤੋ ਦਾ ਸੁਭਾਅ, ਰਹਿਣ ਸਹਿਣ ਅਤੇ ਹੋਰ ਗੁਣ ਮਾਂ ਨੂੰ ਬਹੁਤ ਪਸੰਦ ਸਨ। ਇੱਕ ਵਾਰ ਤਾਂ ਘਰ ਦੀ ਗੱਡੀ ਚੰਗੀ ਤਰ੍ਹਾਂ ਰਿੜ ਪਈ। ਬਿੱਕਰ ਆਪ ਵੀ ਬੜਾ ਖੁਸ਼ ਸੀ, ਪਰ ਵਿਆਹ ਤੋਂ ਸਾਲ ਕੁ ਬਾਅਦ ਹੀ ਮਾਂ ਸਿਆਲ ਦੀ ਰੁੱਤ ਵਿੱਚ ਬਿਮਾਰ ਪੈ ਗਈ। ਉਸ ਦਾ ਵਕਾਰ ਟੁੱਟਣ ਵਿੱਚ ਹੀ ਨਹੀਂ ਸੀ ਆ ਰਿਹਾ। ਅਨੇਕਾਂ ਔਹੜ ਪੌਹੜ ਕਰਨ ਦੇ ਬਾਵਜੂਦ ਵੀ ਉਸ ਦੀ ਮਾਂ ਹਰ ਕੌਰ ਸਦਾ ਲਈ ਉਹਨਾਂ ਤੋਂ ਵਿਛੜ ਗਈ। ਘਰ ਦੀਆਂ ਜ਼ਿੰਮੇਵਾਰੀਆਂ ਦਾ ਸਾਰਾ ਬੋਝ ਇੱਕਦਮ ਉਸ ਤੇ ਆ ਪਿਆ। ਹੁਣ ਉਸ ਨੂੰ ਭਾਈਚਾਰੇ ਦੇ ਤੌਰ ਤੇ ਪਿੰਡ ਦੀਆਂ ਖੁਸ਼ੀਆਂ, ਗਮੀਆਂ ਅਤੇ ਹੋਰ ਰਸਮਾਂ ਵਿੱਚ ਆਪ ਹੀ ਸ਼ਾਮਲ ਹੋਣਾ ਪੈਂਦਾ। ਕਦੇ ਉਸ ਨੂੰ ਲੱਗਣ ਲੱਗ ਪੈਂਦਾ ਜਿਵੇਂ ਉਹ ਜਵਾਨੀ ਵਿੱਚ ਹੀ ਬੁੱਢਾ ਹੁੰਦਾ ਜਾ ਰਿਹਾ ਹੋਵੇ। ਉੱਧਰ ਉਸ ਦੀ ਪਤਨੀ ਵੀ ਉਦਾਸ ਰਹਿਣ ਲੱਗ ਪਈ। ਹਸੂੰ ਕਰਨ ਵਾਲੀ ਜੀਤੋ ਸਾਰਾ ਦਿਨ ਚੁੱਪ ਗੜੁੱਪ ਰਹਿੰਦੀ। ਬਿੱਕਰ ਭਾਵੇਂ ਵੱਧ ਤੋਂ ਵੱਧ ਸਮਾਂ ਪਤਨੀ ਲਈ ਕੱਢਦਾ। ਉਸਨੇ ਖੇਤੀਬਾੜੀ ਦਾ ਕੰਮ ਵੀ ਲਗਭਗ ਛੱਡਿਆ ਹੀ ਹੋਇਆ ਸੀ, ਕਿਉਂਕਿ ਸੰਦਾਂ ਦੀ ਥੋੜ ਅਤੇ ਮਹਿੰਗਾਈ ਕਾਰਨ ਜ਼ਮੀਨ ਜ਼ਬਤੀ ਤੇ ਦਿੱਤੀ ਹੋਈ ਸੀ। ਨਾਲੇ ਜ਼ਮੀਨ ਵੀ ਕਿਹੜਾ ਇੰਨੀ ਜ਼ਿਆਦਾ ਸੀ ਜਿਸ ਲਈ ਇੰਨੇ ਮਹਿੰਗੇ ਸੰਦ ਖਰੀਦੇ ਜਾਂਦੇ। ਪਰੰਤੂ ਫਿਰ ਵੀ ਕੋਈ ਚਿੰਤਾ ਦੀ ਸਿਉਂਕ ਦਿਨੋਂ ਦਿਨ ਉਸ ਦੀ ਪਤਨੀ ਨੂੰ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ। ਇੱਕ ਦਿਨ ਜਦੋਂ ਉਹ ਬਰਾਂਡੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਅਤੇ ਰੇਡੀਓ ਤੇ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਪਰਿਵਾਰ ਕਲਿਆਣ ਸੰਬੰਧੀ ਕੋਈ ਵਾਰਤਾ ਸੁਣਾਈ ਜਾ ਰਹੀ ਸੀ, ਜਿਸ ਨੂੰ ਸੁਣਦਿਆਂ ਸਾਰ ਜੀਤੋ ਇੱਕਦਮ ਉਦਾਸ ਹੋ ਗਈ। ਫਿਰ ਕੱਪੜਾ ਲੈ ਕੇ ਮੰਜੇ ਤੇ ਪੈ ਗਈ। ਬਿੱਕਰ ਦੇ ਵਾਰ-ਵਾਰ ਪੁੱਛਣ ਤੇ ਵੀ ਉਸਨੇ ਕੁਝ ਨਾ ਦੱਸਿਆ। ਉਹ ਤਾਂ ਅਕਸਰ ਇਸ ਤਰ੍ਹਾਂ ਦੀਆਂ ਵਾਰਤਾਵਾਂ ਸੁਣ ਕੇ ਉਦਾਸ ਹੋ ਜਾਇਆ ਕਰਦੀ ਸੀ। ਉਸ ਦਾ ਮੂਡ ਉਦੋਂ ਤੱਕ ਠੀਕ ਨਾ ਹੁੰਦਾ ਜਦ ਤੱਕ ਬਿੱਕਰ ਉਸ ਨੂੰ ਯਕੀਨ ਨਾ ਕਰਵਾ ਦਿੰਦਾ ਕਿ ਸਵੇਰੇ ਉਸ ਨੂੰ ਕਿਸੇ ਚੰਗੇ ਜਿਹੇ ਡਾਕਟਰ ਦੇ ਲੈ ਕੇ ਜਾਵੇਗਾ। ਦੂਸਰੇ ਹੀ ਦਿਨ ਉਹ ਕਿਸੇ ਡਾਕਟਰ ਨੂੰ ਮਿਲਣ ਲਈ ਰਵਾਨਾ ਹੋ ਜਾਂਦੇ। ਡਾਕਟਰ ਹਰ ਵਾਰ ਕੋਈ ਨਾ ਕੋਈ ਨਵੀਂ ਦਵਾਈ ਦੱਸ ਦਿੰਦਾ ਅਤੇ ਨਵੇਂ ਨੁਸਖੇ ਲਿਖ ਦਿੰਦਾ। ਰੁਪਈਏ ਪਲਾਂ ਵਿੱਚ ਹੀ ਬਿੱਕਰ ਦੀ ਜੇਬ ਵਿੱਚੋਂ ਨਿਕਲ ਕੇ ਡਾਕਟਰ ਦੀ ਜੇਬ ਵਿੱਚ ਚਲੇ ਜਾਂਦੇ। ਮਾਂ ਨੇ ਔਖੀ ਸੌਖੀ ਹੋ ਕੇ ਉਸ ਨੂੰ 10 ਜਮਾਤਾਂ ਕਰਵਾਈਆਂ ਸਨ। ਜੀਤੋ ਵੀ 8 ਜਮਾਤਾਂ ਪੜ੍ਹੀ ਹੋਈ ਸੀ। ਭਾਵੇਂ ਉਹ ਸਾਰਾ ਕੁਝ ਸਮਝਦੇ ਸਨ,
ਫਿਰ ਵੀ ਇਸ ਦੁਖਦਾਈ ਸਥਿਤੀ ਨੇ ਉਹਨਾਂ ਨੂੰ ਬੇਹੱਦ ਨਿਗੂਣੇ ਜਿਹੇ ਬਣਾ ਦਿੱਤਾ। ਜਦੋਂ ਉਹ ਬਾਜ਼ਾਰਾਂ ਵਿੱਚ ਤੁਰਦੇ, ਹਸਪਤਾਲਾਂ ਵਿੱਚ ਜਾਂਦੇ, ਕੰਧਾਂ ਤੇ ਲੱਗੇ 2 ਜਾਂ 3 ਬੱਚੇ ਵਾਲੇ ਬੋਰਡਾਂ ਨੂੰ ਜੀਤੋ ਹਸਰਤ ਭਰੀਆਂ ਨਿਗਾਹਾਂ ਨਾਲ ਤੱਕਦੀ ਰਹਿੰਦੀ, ਜਿਵੇਂ ਬੋਰਡ ਤੇ ਬਣਾਈ ਨਿੱਕੀ ਜਿਹੀ ਕੁੜੀ ਦੀਆਂ ਚੂੰਡੀਆਂ ਉਹ ਆਪ ਗੁੰਦਣਾ ਚਾਹੁੰਦੀ ਹੋਵੇ ਅਤੇ ਗੋਲ ਮਟੋਲ ਜਿਹੇ ਮੁੰਡੇ ਨੂੰ ਘੁੱਟ ਕੇ ਪਿਆਰ ਕਰਨਾ ਚਾਹੁੰਦੀ ਹੋਵੇ। ਕਈ ਵਾਰੀ ਤਾਂ ਉਹ ਅਖਬਾਰਾਂ ਵਿੱਚ ਸੋਹਣੇ ਸੋਹਣੇ ਨੰਨੇ ਮੁੰਨੇ ਬੱਚਿਆਂ ਦੀਆਂ ਤਸਵੀਰਾਂ ਕੱਟ ਕੇ ਰੱਖ ਲੈਂਦੀ। ਵਿਕਰ ਉਸਦੇ ਮਨ ਦੀ ਹਾਲਤ ਨੂੰ ਪੂਰੀ ਤਰ੍ਹਾਂ ਸਮਝਦਾ ਹੋਇਆ ਵੀ ਚੁੱਪ ਹੀ ਰਹਿੰਦਾ। ਉਹਨਾਂ ਦਾ ਵਿਆਹ ਹੋਏ ਨੂੰ ਕਿੰਨੇ ਹੀ ਵਰ੍ਹੇ ਬੀਤ ਗਏ ਸਨ। ਇਹਨਾਂ ਵਰ੍ਹਿਆਂ ਵਿੱਚ ਬੜਾ ਕੁਝ ਬਦਲ ਗਿਆ ਸੀ। ਹੁਣ ਤਾਂ ਉਹਨਾਂ ਨੂੰ ਪਹਿਲੇ ਸਾਲ ਲਾਈ ਸ਼ਰਤ ਵੀ ਭੁੱਲਦੀ ਜਾ ਰਹੀ ਸੀ, ਜਿਸ ਅਨੁਸਾਰ ਜੀਤੋ ਕਹਿੰਦੀ ਸੀ ਕਿ ਪਹਿਲਾਂ ਕੁੜੀ ਹੋਊ ਅਤੇ ਵਿਕਰ ਕਹਿੰਦਾ ਸੀ ਕਿ ਪਹਿਲਾਂ ਮੁੰਡਾ ਹੋਊ। ਫਿਰ ਬੱਚੇ ਦਾ ਨਾਂ ਧਰਨ ਲਈ ਵੀ ਉਹਨਾਂ ਵਿੱਚ ਬੜਾ ਵਾਦ ਵਿਵਾਦ ਛਿੜਿਆ ਰਿਹਾ ਸੀ। ਫਿਰ ਦੋਵਾਂ ਨੇ ਰਲ ਕੇ ਮੁੰਡਿਆਂ ਅਤੇ ਕੁੜੀਆਂ ਦੇ ਨਾਵਾਂ ਵਾਲੀਆਂ ਲਿਸਟਾਂ ਤਿਆਰ ਕੀਤੀਆਂ। ਇਹਨਾਂ ਵਿੱਚੋਂ ਹੀ ਲੱਭ ਕੇ ਉਹਨਾਂ ਨੇ ਪਹਿਲੇ ਬੱਚੇ ਦਾ ਨਾਂ ਰੱਖਣਾ ਸੀ। ਪਰ ਹੁਣ ਤਾਂ ਜਿਵੇਂ ਇਹ ਸਾਰੇ ਚਾਅ ਮਰਦੇ ਹੀ ਜਾ ਰਹੇ ਹੋਣ। ਜੀਤੋ ਦੀ ਭੈਣ ਵੱਲੋਂ ਬਣਾ ਕੇ ਘੱਲੀਆਂ ਨਿੱਕੀਆਂ ਨਿੱਕੀਆਂ ਫਰਾਕਾਂ ਨੂੰ ਦੇਖ ਕੇ ਹੁਣ ਉਸ ਦਾ ਰੋਣ ਛੁੱਟ ਪੈਂਦਾ। ਸਮੇਂ-ਸਮੇਂ ਮੇਲਿਆਂ ਤਿਉਹਾਰਾਂ ਤੋਂ ਲੈ ਕੇ ਰੱਖੇ ਖਿਡੌਣੇ ਉਹਨਾਂ ਨੂੰ ਹੁਣ ਪਾਗਲਪਣ ਜਿਹਾ ਜਾਪਦਾ। ਕਈ ਵਾਰ ਤਾਂ ਗੱਲ ਇੱਥੋਂ ਤੱਕ ਪੁੱਜ ਜਾਂਦੀ ਕਿ ਜੀਤੋ ਦੀ ਬੱਚੇ ਪ੍ਰਤੀ ਦਿਨੋਂ ਦਿਨ ਵੱਧਦੀ ਲਾਲਸਾ ਅਤੇ ਉਦਾਸੀ ਨੂੰ ਵੇਖ ਕੇ ਵਿਕਰ ਛੋਟੇ ਬੱਚਿਆਂ ਦੇ ਕੈਲੰਡਰ ਕੰਧਾਂ ਤੋਂ ਲਾਹ ਕੇ ਲਪੇਟ ਕੇ ਸਵਾਤ ਵਿੱਚ ਸੁੱਟ ਦਿੰਦਾ। ਰਬੜ ਦੇ ਬਾਵੇ, ਗੈਂਡੇ ਦੀਆਂ ਗੁੱਡੀਆਂ ਅਤੇ ਹੋਰ ਨਿੱਕੇ ਮੋਟੇ ਖਿਡੌਣੇ ਵੀ ਉਸਨੇ ਕਾਰਨਸ ਤੋਂ ਲਾ ਕੇ ਪੇਟੀ ਵਿੱਚ ਸੁੱਟ ਦਿੱਤੇ। ਪਰ ਜੀਤੋ ਇਸ ਤਰ੍ਹਾਂ ਕਰਨ ਨਾਲ ਸਗੋਂ ਹੋਰ ਵੀ ਉਦਾਸ ਹੋ ਗਈ। ਕਦੇ-ਕਦੇ ਉਸ ਨੂੰ ਜਾਪਦਾ ਜਿਵੇਂ ਉਸ ਦਾ ਪਤੀ ਉਸ ਨੂੰ ਬੱਚਿਆਂ ਪ੍ਰਤੀ ਸੁਪਨੇ ਲੈਣ ਤੋਂ ਵੀ ਵਰਜ ਰਿਹਾ ਹੈ। ਜੀਤੋ ਪੇਕੇ ਜਾਂਦੀ, ਸਹੇਲੀਆਂ ਵਾਰ-ਵਾਰ ਪੁੱਛਦੀਆਂ, ਕੁੜੇ ਕਦ ਦਿਖਾਉਣਾ ਖੁਸ਼ੀ ਦਾ ਦਿਨ? ਉਸ ਦੀ ਮਾਂ, ਉਸ ਦੀਆਂ ਭੈਣਾਂ ਉਸ ਵੱਲ ਪ੍ਰਸ਼ਨ ਭਰੀਆਂ ਨਿਗਾਹਾਂ ਨਾਲ ਤੱਕਦੀਆਂ, ਜਿਵੇਂ ਉਸ ਨੂੰ ਵਿਆਹ ਤੋਂ ਬਾਅਦ ਬੀਤ ਚੁੱਕੇ ਸਾਲਾਂ ਦਾ ਅਹਿਸਾਸ ਕਰਵਾ ਰਹੀਆਂ ਹੋਣ। ਕਈ ਵਾਰ ਉਸ ਨੂੰ ਲੱਗਦਾ ਜਿਵੇਂ ਉਸ ਦੀ ਸਮੁੱਚੀ ਦੇਹ ਵਿੱਚ ਕੰਡੇ ਚੁਭ ਰਹੇ ਹੋਣ। ਜਦੋਂ ਕਦੇ ਉਸ ਦੇ ਦਰ ਤੇ ਖੜੋਤੀਆਂ ਮੰਗਤੀਆਂ, ਤੇਰੇ ਬੱਚੇ ਜੀਣ ਜਾਂ ਸਤਪੁੱਤੀ ਹੋਵੇ ਕਹਿ ਕੇ ਅਸੀਸਾਂ ਦਿੰਦੀਆਂ, ਜਾਂ ਕੋਈ ਸੁਭਾਵਕ ਹੀ ਪੁੱਛ ਲੈਂਦੀ, ਕੁੜੇ ਕਿੰਨੇ ਬੱਚੇ ਨੇ ਤੇਰੇ, ਜਾਂ ਕੋਈ ਬੱਚਾ ਘਰ ਕਿਉਂ ਨਹੀਂ ਦੀਂਦਾ, ਪੜ੍ਹਨ ਗਏ ਹੋਏ ਨੇ, ਤਾਂ ਉਹ ਅੰਦਰ ਵੜ ਕੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ। ਵਿਕਰ ਸਮਝਾਉਂਦਾ ਥੱਕ ਜਾਂਦਾ, ਹਾਰ ਕੇ ਘਰੋਂ ਬਾਹਰ ਹੀ ਨਿਕਲ ਜਾਂਦਾ। ਉਹ ਮਹਿਸੂਸ ਕਰਦਾ ਜਿਵੇਂ ਉਹਨਾਂ ਦੇ ਵਿਆਹ ਦੀ ਉਮਰ ਹੌਲੀ-ਹੌਲੀ ਨਰਕ ਬਣਦੀ ਜਾ ਰਹੀ ਹੋਵੇ। ਸਾਥੀ ਅਤੇ ਰਿਸ਼ਤੇਦਾਰ ਵਿਕਰ ਨੂੰ ਵਾਰ-ਵਾਰ ਕਹਿੰਦੇ, ਐਤਕੀ ਲੋਹੜੀ ਵਿਕਰਾ ਤੇਰੇ ਵੱਲ ਹੋਣੀ ਚਾਹੀਦੀ ਹੈ। ਕਦੇ ਸੱਥ ਵਿੱਚ ਬੈਠੇ ਮੁੰਡੇ ਗੁੱਝੀਆਂ ਟਕੋਰਾਂ ਕਰਦੇ, ਇਸ ਤੋਂ ਸਾਲੇ ਜਨਾਨੜੇ ਜੇ ਤੋਂ ਕੀ ਹੋਣਾ। ਪਰੰਤੂ ਫਿਰ ਵੀ ਉਸਨੇ ਕਦੀ ਦਿਲ ਨਹੀਂ ਸੀ ਛੱਡਿਆ। ਉਹ ਸਾਧਾਂ ਸੰਤਾਂ ਦੀਆਂ ਕਰਾਮਾਤਾਂ ਤੋਂ ਭਾਵੇਂ ਬਿਲਕੁਲ ਮੁਨਕਰ ਸੀ, ਪਰ ਫਿਰ ਵੀ ਜਿੱਥੇ ਕੋਈ ਜੀਤੋ ਨੂੰ ਸਾਧ ਸੰਤ ਬਾਰੇ ਦੱਸ ਪਾਉਂਦਾ, ਉਹ ਜਾਣ ਲਈ ਤਿਆਰ ਰਹਿੰਦੀ। ਉਹ ਝੱਟ ਉਸਦੇ ਨਾਲ ਤੁਰ ਪੈਂਦਾ। ਬੇਬੇ ਦੇ ਬੋਲ ਬਾਰ-ਬਾਰ ਉਸਦੇ ਕੰਨਾਂ ਵਿੱਚ ਗੂੰਜਦੇ, ਜੱਟ ਦਾ ਪੁੱਤ ਇਕੱਲਾ ਨਾ ਹੋਵੇ, ਨਹੀਂ ਤਾਂ ਸ਼ਰੀਕ ਟਿਕਣ ਹੀ ਨਹੀਂ ਦਿੰਦੇ। ਚੱਲ ਕੋਈ ਨਾ ਪੁੱਤ, ਤੇਰਾ ਮੁੰਡਾ ਵੀ ਬੜਾ ਹੋ ਕੇ ਤੇਰੀ ਮਦਦ ਕਰੂ। ਪਰ ਮੁੰਡੇ ਦੇ ਵੱਡਾ ਹੋਣ ਦੀ ਗੱਲ ਤਾਂ ਇੱਕ ਪਾਸੇ ਰਹੀ, ਹੁਣ ਤਾਂ ਮੁੰਡੇ ਦਾ ਪੈਦਾ ਹੋਣਾ ਵੀ ਇੱਕ ਸੁਪਨਾ ਹੀ ਬਣਦਾ ਜਾ ਰਿਹਾ ਸੀ। ਫਿਰ ਇੱਕ ਦਿਨ ਵਿਕਰ ਨੇ ਵਿਹੜੇ ਵਿੱਚ ਇੱਕ ਨਸਲਦਾਰ ਅੰਬ ਦਾ ਬੂਟਾ ਲਿਆ ਕੇ ਲਾ ਲਿਆ, ਜਿਸ ਬਾਰੇ ਰਾਏ ਸੀ ਕਿ ਇਸ ਦੀ ਛਾਂ ਵੀ ਸੰਘਣੀ ਹੈ ਤੇ ਫਲ ਵੀ ਵਧੀਆ ਲੱਗਦਾ ਹੈ। ਵਿਕਰ ਨੇ ਬੜੀ ਮਿਹਨਤ ਨਾਲ ਇਸ ਨੂੰ ਪਾਲਿਆ। ਕਦੇ ਗੁਡਾਈ ਕਰਦਾ, ਕਦੇ ਖਾਦ ਪਾਉਂਦਾ, ਕਦੇ ਬਾੜ ਕਰਦਾ, ਕਦੇ ਮੌਸਮੀ ਕਰੋਪੀਆਂ ਤੋਂ ਬਚਾਉਣ ਲਈ ਆਸਰਾ ਕਰਦਾ। ਭਾਵੇਂ ਜੀਤੋ ਸਭ ਕਾਸੇ ਵਿੱਚ ਉਸ ਦਾ ਹੱਥ ਵਟਾਉਂਦੀ, ਪਰ ਜਦੋਂ ਕਿਤੇ ਵਿਕਰ ਅੰਬ ਦੇ ਕੂਲੇ-ਕੂਲੇ ਪੱਤਿਆਂ ਨੂੰ ਪਲੋਸਦਾ ਬੇਹੱਦ ਉਦਾਸ ਹੋ ਜਾਂਦਾ, ਤਾਂ ਉਸ ਦੀਆਂ ਅੱਖਾਂ ਵੀ ਭਰ ਆਉਂਦੀਆਂ। ਉਸ ਨੂੰ ਲੱਗਦਾ ਜਿਵੇਂ ਵਿਕਰ ਆਪਣੇ ਹੱਥੇ ਲਾਏ ਬੂਟੇ 'ਚੋਂ ਹੀ ਬੱਚੇ ਦਾ ਪਿਆਰ ਪੂਰਾ ਕਰ ਰਿਹਾ ਹੋਵੇ। ਪਰ ਉਸ ਨੂੰ ਉਹ ਇਹ ਗੱਲ ਪੁੱਛਦੀ ਕਦੇ ਨਾ। ਜਿਉਂ-ਜਿਉਂ ਉਮਰ ਵੱਧਦੀ ਜਾ ਰਹੀ ਸੀ, ਘਰ ਹੋਰ ਵੀ ਵੱਢ ਖਾਣ ਨੂੰ ਆਉਣ ਲੱਗ ਪਿਆ। ਕੋਈ ਕੰਮ ਕਰੇ ਵੀ ਤਾਂ ਕਿਸ ਲਈ ਕਰੇ, ਕੋਈ ਜੀਵੇ ਤਾਂ ਕਿਸ ਲਈ, ਉਹਨਾਂ ਨੂੰ ਸਮਝ ਨਹੀਂ ਸੀ ਪੈਂਦੀ। ਹੁਣ ਤਾਂ ਆਸ ਦੀਆਂ ਸਾਰੀਆਂ ਕਿਰਨਾਂ ਦਿਨੋਂ ਦਿਨ ਮੱਧਮ ਪੈਂਦੀਆਂ ਜਾ ਰਹੀਆਂ ਸਨ। ਜਦੋਂ ਕੋਈ ਕਿਸੇ ਨੂੰ ਸੁਣਾ ਕੇ ਔਤ ਦੀ ਗਾਲ ਕੱਢਦਾ ਤਾਂ ਕਾਲਜਾ ਪੱਛਿਆ ਜਾਂਦਾ। ਔਤ ਸ਼ਬਦ ਉਹਨਾਂ ਨੂੰ ਬਹੁਤ ਹੀ ਡਰਾਉਣਾ ਜਾਪਣ ਲੱਗ ਪੈਂਦਾ। ਉਹਨਾਂ ਦੇ ਹਾਣੀ ਅਤੇ ਬਰਾਬਰ ਦੇ ਕਈ ਬੱਚਿਆਂ ਦੇ ਮਾਪੇ ਬਣ ਗਏ,
ਪਰ ਹੁਣ ਤਾਂ ਭਤੀਜਿਆਂ ਦੇ ਥਾਂ ਲੱਗਦੇ 20 ਨੰਬਰ ਲੈ ਗਏ। ਮਾਵਾਂ ਸਕੂਲ ਤੋਰਨ ਤੋਂ ਪਹਿਲਾਂ ਬੱਚਿਆਂ ਦੇ ਸਿਰ ਗੁੰਦਦੀਆਂ, ਰੋਟੀ ਲਵਾ ਕੇ ਖਵਾਉਂਦੀਆਂ। ਉਹ ਦੋਵੇਂ ਜੀ ਇੱਕ ਦੂਜੇ ਵੱਲ ਸੱਖਣੀਆਂ ਨਿਗਾਹਾਂ ਨਾਲ ਤੱਕਦੇ ਰਹਿੰਦੇ। ਜਦੋਂ ਕੋਈ ਗੱਲਾਂ ਮਾਰਨ ਆਈ ਔਰਤ ਜੀਤੋ ਨੂੰ ਇਹ ਕਹਿ ਕੇ ਤੁਰਨ ਲੱਗਦੀ, ਕੁੜੇ ਤੂੰ ਤਾਂ ਵਿਹਲੀ ਐ, ਦੋ ਜੀਆਂ ਦਾ ਕਾਹਦਾ ਕੰਮ, ਮੈਂ ਤਾਂ ਭੈਣੇ ਪੱਪੂ ਹੋਰਾਂ ਦੀਆਂ ਵਰਦੀਆਂ ਧੋਣੀਆਂ ਨੇ, ਸਕੂਲ ਦਾ ਕੰਮ ਕਰਾਉਣਾ, ਤਾਂ ਉਸਨੂੰ ਲੱਗਦਾ ਜਿਵੇਂ ਉਸਦੇ ਮੂੰਹ ਤੇ ਕਿਸੇ ਨੇ ਕੱਸ ਕੇ ਚਪੇੜ ਮਾਰੀ ਹੋਵੇ। ਉਹਨਾਂ ਦੇ ਘਰ ਮੂਹਰਿਓਂ ਹਰ ਰੋਜ਼ ਸਵੇਰੇ ਸਕੂਲ ਵਾਲੀ ਬੱਸ ਨੰਨੇ ਮੁੰਨੇ ਬੱਚਿਆਂ ਨੂੰ ਲੈ ਕੇ ਲੰਘਦੀ। ਉਹ ਉਦਾਸ ਹੋ ਕੇ ਉਸਨੂੰ ਵੇਖਦੀ ਰਹਿੰਦੀ ਅਤੇ ਬਿੱਕਰ ਵੀ ਅੰਦਰੋਂ ਅੰਦਰੀ ਝੂਰਦਾ ਰਹਿੰਦਾ। ਪਰੰਤੂ ਅੱਜ ਤਾਂ ਬਿੱਕਰ ਨੂੰ ਲੱਗਦਾ ਸੀ ਜਿਵੇਂ ਸੱਚਮੁੱਚ ਹੀ ਕਿਸੇ ਤੇਜ਼ ਅਗਨੀ ਵਿੱਚ ਉਹ ਝੁਲਸਿਆ ਜਾ ਰਿਹਾ ਹੋਵੇ। ਉਸ ਦੇ ਕੰਨਾਂ ਵਿੱਚੋਂ ਸੇਕ ਨਿਕਲਦਾ ਮਹਿਸੂਸ ਹੋ ਰਿਹਾ ਸੀ। ਇੱਕ ਜਲਨ ਜਿਹੀ ਨੇ ਉਸ ਨੂੰ ਸਾਰੀ ਰਾਤ ਸੌਣ ਨਾ ਦਿੱਤਾ। ਉਸ ਦੇ ਨਾਲ ਜੀਤੋ ਵੀ ਜਾਗਦੀ ਰਹੀ ਅਤੇ ਪੱਖਾ ਝੱਲਦੀ ਰਹੀ। ਪੱਖੇ ਦੀ ਹਵਾ ਨਾਲ ਭਲਾ ਮਨ ਦੇ ਅੰਦਰਲੀ ਅੱਗ ਕਦੋਂ ਬੁਝਦੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਜੀਤੋ ਦੀ ਭੈਣ ਦੇ ਵੱਡੇ ਮੁੰਡੇ ਦਾ ਵਿਆਹ ਸੀ ਅਤੇ ਮਾਸੀ ਮਾਸੜ ਹੋਣ ਦੇ ਨਾਤੇ ਉਹਨਾਂ ਦਾ ਜਾਣਾ ਬਹੁਤ ਜ਼ਰੂਰੀ ਸੀ। ਉਹਨਾਂ ਨੇ ਘਰ ਦਾ ਸਾਰਾ ਸਮਾਨ ਥਾਂ ਸਿਰ ਟਿਕਾ ਕੇ ਜਿੰਦਰਾ ਲਗਾ ਦਿੱਤਾ। ਬਿੱਕਰ ਨੇ ਤੁਰ ਤੋਂ ਪਹਿਲਾਂ ਕਿੰਨੀ ਵਾਰੀ ਅੰਬ ਦੇ ਕੂਲੇ ਕੂਲੇ ਪੱਤਿਆਂ ਨੂੰ ਪਲੋਸਿਆ, ਬਾੜ ਨੂੰ ਠੀਕ ਕੀਤਾ ਅਤੇ 2 ਬਾਲਟੀਆਂ ਪਾਣੀ ਦੀਆਂ ਪਾਈਆਂ। ਡੰਗਰ ਪਸ਼ੂ ਤਾਂ ਉਹਨਾਂ ਕੋਲ ਕੋਈ ਹੈ ਨਹੀਂ ਸੀ, ਦੁੱਧ ਵਗੈਰਾ ਤਾਂ ਮੁੱਲ ਹੀ ਲੈ ਕੇ ਪੀਂਦੇ ਸਨ। ਫਿਰ ਵੀ ਉਹਨਾਂ ਲੱਕੜ ਦੀਆਂ ਬਿਰਲੀਆਂ ਫੱਟੀਆਂ ਵਾਲੇ ਦਰਵਾਜ਼ੇ ਨੂੰ ਸਮਾਰ ਕੇ ਭੇੜਿਆ ਅਤੇ ਕੁੰਡਾ ਲਗਾ ਦਿੱਤਾ। ਵਿਆਹ ਵਾਲੇ ਘਰ ਜਾ ਕੇ 2 ਦਿਨ ਤਾਂ ਉਹ ਰਸਮਾਂ ਵਿੱਚ ਹੀ ਰੁੱਝੇ ਰਹੇ, ਪਰ ਪਿਛਲੇ 2 ਦਿਨ ਉਹਨਾਂ ਨੂੰ ਜ਼ੋਰ ਪਾ ਕੇ ਫਿਰ ਰੱਖ ਲਿਆ ਗਿਆ। ਹਰ ਕੋਈ ਕਹਿ ਰਿਹਾ ਸੀ, ਤੁਹਾਡਾ ਪਿੱਛੇ ਕੌਣ ਹੈ ਫਿਕਰ ਕਰਨ ਵਾਲਾ, ਜਦ ਮਰਜ਼ੀ ਚਲੇ ਜਾਇਓ। ਬਿੱਕਰ ਦੇ ਬਾਰ-ਬਾਰ ਕਹਿਣ ਤੇ ਵੀ ਉਹਨਾਂ ਨੂੰ ਚੌਥੇ ਦਿਨ ਬਾਅਦ ਹੀ ਘਰ ਪਰਤਣ ਦਿੱਤਾ ਗਿਆ। ਘਰ ਆ ਕੇ ਦੇਖਿਆ ਤਾਂ ਨਕਸ਼ਾ ਹੀ ਬਦਲਿਆ ਪਿਆ ਸੀ। ਸ਼ਾਇਦ ਬਿਰਲੀਆਂ ਫੱਟੀਆਂ ਵਿੱਚੋਂ ਹੱਥ ਪਾ ਕੇ ਕਿਸੇ ਨੇ ਕੁੰਡਾ ਖੋਲ੍ਹ ਲਿਆ ਹੋਵੇ। ਜਦੋਂ ਵਿਹੜੇ ਵਿੱਚ ਆ ਕੇ ਦੇਖਿਆ ਤਾਂ ਬਿੱਕਰ ਨੂੰ ਤਾਂ ਘਮੇਰ ਜਿਹੀ ਆ ਗਈ। ਉਸ ਦਾ ਹੱਥੀਂ ਲਾਇਆ ਬੂਟਾ ਰੁੰਡ ਮਰੁੰਡ ਹੋਇਆ ਧਰਤੀ ਤੇ ਡਿੱਗਿਆ ਪਿਆ ਸੀ। ਪਾਣੀ ਵਾਲੇ ਟੋਏ ਵਿੱਚ ਪਸ਼ੂ ਦੀਆਂ ਪੈੜਾਂ ਸਨ। ਬਿੱਕਰ ਦੇ ਚਿਹਰੇ ਤੇ ਗੁੱਸੇ ਅਤੇ ਚਿੰਤਾ ਦੇ ਨਿਸ਼ਾਨ ਉੱਭਰ ਆਏ। ਪਤੀ ਵਰਗੀ ਹਾਲਤ ਹੀ ਜੀਤੋ ਦੀ ਸੀ। ਉਹ ਕਿੰਨੀ ਹੀ ਦੇਰ ਅਵਾਰਾ ਪਸ਼ੂਆਂ ਨੂੰ ਅਤੇ ਹੋਰ ਪਤਾ ਨਹੀਂ ਕਿਹਨੂੰ ਗਾਲਾਂ ਕੱਢਦੇ ਰਹੇ। ਫਿਰ ਬਿੱਕਰ ਕੱਪੜੇ ਬਦਲ ਕੇ ਬਾਹਰ ਨਿਕਲ ਗਿਆ। ਜੀਤੋ ਨੂੰ ਦੇਖਿਆ ਕਿ ਉਹ ਉਹਨਾਂ ਦੇ ਗੁਆਂਢੀ ਮੁੰਡੇ ਨਿਰਮਲ ਤੋਂ ਪੁੱਛ ਰਿਹਾ ਸੀ, ਨਿਰਮਲਾ, ਸਾਡੇ ਵਿਹੜੇ ਵੱਲ ਕੋਈ ਡੰਗਰ ਵੜਦਾ ਵੇਖਿਆ? ਨਾ ਚਾਚਾ, 1-2 ਜਵਾਕ ਜਿਹੇ ਤਾਂ ਜ਼ਰੂਰ ਫਿਰਦੇ ਸੀ, ਮੈਂ ਹਟਾਏ ਵੀ। ਫਿਰ ਸੋਚਿਆ ਕਿ ਚਲੋ ਚਾਚੇ ਹੋਰੀ ਇੱਥੇ ਹੀ ਕਿਤੇ ਹੋਣੇ ਨੇ। ਨਿਰਮਲ ਨੇ ਜਵਾਬ ਦਿੱਤਾ, ਨਿਰਮਲਾ, ਸਾਡਾ ਅੰਬ ਕਿਸੇ ਡੰਗਰ ਨੇ ਤੋੜ ਦਿੱਤਾ। 2 ਸਾਲ ਤੱਕ ਫਲ ਲੱਗ ਜਾਣਾ ਸੀ। ਮੈਂ ਤਾਂ ਧਰਮ ਨਾਲ ਇਹ ਅੰਬ ਪੁੱਤਾਂ ਵਾਂਗੂ ਪਾਲਿਆ ਸੀ। ਤੇ ਫਿਰ ਉਸਨੇ ਨੀਵੀਂ ਪਾ ਲਈ। ਨਿਰਮਲ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਬਿੱਕਰ ਉੱਥੋਂ ਤੁਰ ਪਿਆ। ਜੀਤੋ ਨੂੰ ਜਾਪਿਆ ਜਿਵੇਂ ਸੱਚਮੁੱਚ ਹੀ ਉਹਨਾਂ ਦਾ ਬੁਢਾਪਾ ਕਿਸੇ ਸੰਘਣੀ ਛਾਂ ਨੂੰ ਤਰਸ ਰਿਹਾ ਹੋਵੇ ਅਤੇ ਕਿਸੇ ਫਲ ਦੀ ਲਾਲਸਾ ਉਹਨਾਂ ਦੇ ਅੰਦਰੋਂ ਉੱਠ ਰਹੀ ਹੋਵੇ ਅਤੇ ਤੜਫਾ ਰਹੀ ਹੋਵੇ। ਮੋਹ ਉਹਨਾਂ ਦੇ ਮਨ ਤੇ ਕਬਜ਼ਾ ਕਰੀ ਬੈਠਾ ਸੀ। ਬਿੱਕਰ ਦੇ ਉਸ ਮੋਹ ਨੂੰ ਅੱਜ ਡੂੰਘੀ ਸੱਟ ਵੱਜੀ ਸੀ। ਉਸ ਨੂੰ ਜਾਪਿਆ ਜਿਵੇਂ ਉਸਦੇ ਸਿਰ ਤੋਂ ਸੰਘਣੀ ਛਾਂ ਉੱਠ ਗਈ ਹੋਵੇ। ਜੀਤੋ ਵੀ ਉਦਾਸ ਹੋ ਗਈ ਅਤੇ ਰੋਂਦੀ ਰਹੀ। ਫਿਰ ਬਿੱਕਰ ਕਾਫੀ ਹਨੇਰੇ ਹੋਏ ਘਰ ਆਇਆ। ਉਸਦੇ ਕਦਮ ਲੜਖੜਾ ਰਹੇ ਸਨ। ਜੀਤੋ ਸਮਝ ਗਈ ਸੀ ਕਿ ਉਸਨੇ ਸ਼ਰਾਬ ਪੀਤੀ ਹੋਈ ਹੈ। ਉਸਦੇ ਬਾਰ-ਬਾਰ ਕਹਿਣ ਤੇ ਵੀ ਬਿੱਕਰ ਨੇ ਰੋਟੀ ਨਾ ਖਾਧੀ ਅਤੇ ਮੰਜੇ ਤੇ ਲੇਟ ਗਿਆ। ਫਿਰ ਉਹ ਹੁਬਕੀ ਰੋਣ ਲੱਗਿਆ। ਜੀਤੋ ਨੇ ਪਹਿਲੀ ਵਾਰ ਬਿੱਕਰ ਨੂੰ ਇਸ ਪ੍ਰਕਾਰ ਸੁਲਗਦੇ ਅਤੇ ਤੜਫਦੇ ਹੋਏ ਤੱਕਿਆ। ਉਹ ਖੁਦ ਵੀ ਤਾਂ ਅੰਦਰੋਂ ਧੁੱਖ ਰਹੀ ਸੀ। ਹੌਲੀ-ਹੌਲੀ ਉਹ ਚੁੱਪ ਕਰ ਗਿਆ ਅਤੇ ਸਿੱਧਾ ਪਿਆ ਆਕਾਸ਼ ਨੂੰ ਘੂਰਦਾ ਰਿਹਾ। ਜੀਤੋ ਨਿਰੰਤਰ ਉਸਨੂੰ ਪੱਖਾ ਝੱਲਦੀ ਰਹੀ। ਉਸਨੇ ਇਸ ਵਾਰ ਪਾਸਾ ਪਰਦੇ ਹੋਏ ਜੀਤੋ ਨੂੰ ਫਿਰ ਸੌਣ ਲਈ ਕਿਹਾ। ਤਾਰਿਆਂ ਦਾ ਅੰਦਾਜ਼ਾ ਲਾਉਂਦਾ ਉਹ ਸੋਚ ਰਿਹਾ ਸੀ ਕਿ ਉਹਨਾਂ ਦੀ ਉਮਰ ਵਾਂਗ ਇਹ ਰਾਤ ਕਿੰਨੀ ਲੰਮੀ ਅਤੇ ਡਰਾਉਣੀ ਹੈ ਜੋ ਬੀਤਣ ਵਿੱਚ ਹੀ ਨਹੀਂ ਆ ਰਹੀ। ਧੰਨਵਾਦ।